परम सन्मानयोग जुगो जुग अटल सतगुरु शब्द गुरु धन श्री गुरु ग्रंथ ਸਾਹਿਬ महाराज जी ਦੀ मुबारक गोद अंदर नौवें पातशाह धन गुरु तेग बहादुर साहिब जी दे मुबारक शहीदी अस्थान गुरुद्वारा शीशगंज ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਦੇ ਹਜ਼ੂਰ ਸ਼ਰਧਾ ਪ੍ਰੇਮ ਵਿਸ਼ਵਾਸ ਦੇ ਨਾਲ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ गुरु की गोद अंदर बैठ के गुरु के प्यारियां पासों आस्था जी की वार दा शब्द कीर्तन सरवण किया। उपरंत जो विचार अधीन मुबारक शब्द है, इस दा मूल पाठ सत्कारयोग सिंह साहब जी पासों सरवण किया। शब्द विचार की आरंभता तो पहला एकाग्रता बख्शदे होए अपने मन ਨੂੰ ਗੁਰੂ ਚਰਨਾਂ ਦੇ ਵਿੱਚ ਜੋੜੀਏ ਤੇ ਰਸਨਾ ਕਰੀਏ ਪਵਿੱਤਰ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਉਪਦੇਸ਼ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਕੀ ਵਾਰ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 306 ਦੇ ਉੱਪਰ ਸੁਸ਼ੋਭਿਤ ਹੈ। ਇਸ ਵਾਰ ਦੀ ਇਹ 11ਵੀਂ ਪੌੜੀ ਹੈ ਜੋ ਆਪ ਜੀ ਨੇ बड़े प्यार नाल एक सलोक ते पौड़ी नूं सरवण कीता है। धन गुरु रामदास महाराज जी ने अज दे मुबारक बचन विच गुरसिख दे प्रैक्टिकल जीवन नूं साडे सामने चितरिया है, साडे समक्ष रखिया है। शब्द प्रचलित है, आप संगतां नूं ये शब्द कंठ भी होवेगा। जिथे आप संगतां पहुँच के उदम करके गुरु की हजूरी अंदर बैठ के शब्द विचार दे नाल जुड़ रहे हो, उत्थे बेअंत संगतां की दिल्ली पूरा भारत देश विदेशों दे विच जिन्हां दे अंदर शब्द की भुख है, शब्द गुरु की वडियाई नूं मानना चाहते ने, शब्द गुरु कोलों ज्ञान प्राप्त करके प्रकाश लैके अपने जीवन नूं रचनाउणा चाहुंदे ने, वो सब जुड़ के बैठे ने। धन गुरु रामदास महाराज जी इस मुबारक शब्द विच रहमत करते ने। सिख दा वर्तमान जीवन की है? सिख तां आपां सब हाँ, पर जो गुरु पातशाह ने गुरसिख दे जीवन की परिभाषा अज साडे सामने रखी है कि उस मुताबक असीं गुरु की सिक्ख्या नूं कमा रहे हाँ कि ऐसा गुरसिੱਖੀ वाला जीवन असीं हंडा रहे हाँ। जे किते साडे अंदर कोई कुताही है, पूर्णताई है, अजे असीं पूरी तरह उस मार्ग उपर चले नहीं, आओ इस शब्द तो वो सिक्ख्या प्राप्त करिए, साडे जीवन विच भी वो रंग आ जावे, वो गुरसिੱਖੀ की महक आ जावे, वो गुरसिੱਖੀ का इखलाक किरदार साडे अंदर आ जावे।
ਮਹੱਲਾ ਚੌਥਾ। ਗੁਰ ਸਤ ਗੁਰ ਕਾ ਜੋ ਸਿੱਖ ਅਖਾਏ। ਜਿਹੜਾ ਗੁਰੂ ਨੂੰ ਸਮਰਪਿਤ ਹੈ, ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦਾ ਹੈ, ਉਹੀ ਅਖਵਾ ਸਕਦਾ ਹੈ ਨਾ ਜਿਹੜਾ ਗੁਰੂ ਦੇ ਦੱਸੇ ਰਾਹ ਉੱਪਰ ਚੱਲਦਾ ਹੈ। ਜਿਹੜਾ ਸਿੱਖ ਗੁਰੂ ਦੇ ਰਸਤੇ ਉੱਪਰ ਚੱਲਦਾ ਏ ਤੇ ਉਹਦੇ ਕਰਮ ਦੇਖ ਕੇ, ਉਹਦਾ ਵਿਵਹਾਰ ਦੇਖ ਕੇ, ਉਹਦਾ ਵਰਤੋਂ ਵਿਹਾਰ ਦੇਖ ਕੇ ਆਮ ਲੋਕ ਵੀ ਕਹਿੰਦੇ ਨੇ ਇਹ ਗੁਰੂ ਕਾ ਸਿੱਖ ਹੈ। ਉਹ ਆਪਣੇ ਕਰਮਾਂ ਤੋਂ ਪਹਿਚਾਣਿਆ ਜਾਂਦਾ ਹੈ। ਮਤਾਂ ਭੁਲੇਖਾ ਖਾ ਜਾਣਾ ਕਿ ਪਹਿਰਾਵੇ ਨੂੰ ਗੁਰਸਿੱਖੀ ਕਿਹਾ ਹੈ। ਇੱਥੇ ਅੰਦਰ ਦੇ ਜੋੜ ਨੂੰ, ਅੰਦਰ ਦੇ ਮਿਲਾਪ ਨੂੰ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਜੋ ਧਾਰਨ ਕਰਦਾ ਹੈ ਤੇ ਉਹਨਾਂ ਬਚਨਾਂ ਅਨੁਸਾਰ ਆਪਣਾ ਜੀਵਨ ਜੀਂਦਾ ਹੈ, ਗੁਰਸਿੱਖੀ ਦੇ ਮਾਰਗ ਉੱਪਰ ਚੱਲਦਾ ਹੈ, ਉਸ ਦੇ ਅੰਦਰ ਪਵਿੱਤਰ ਆਤਮਾ ਨੂੰ ਪਾਤਸ਼ਾਹ ਨੇ ਗੁਰਸਿੱਖ ਦਾ ਜੀਵਨ ਆਖਿਆ ਹੈ। ਤੇ ਐਸੇ ਗੁਰਸਿੱਖ ਬਾਬਤ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਭਾਈ, ਉਸ ਗੁਰਸਿੱਖ ਨੂੰ ਧੰਨ ਆਖਣਾ ਚਾਹੀਦਾ ਹੈ, ਕਹਿਣਾ ਚਾਹੀਦਾ ਹੈ। ਪਾਤਸ਼ਾਹ ਕਿਸ ਗੁਰਸਿੱਖ ਨੂੰ? ਗੁਰਦੇਵ ਜੀ ਕਹਿੰਦੇ ਆ, ਜਿਹੜਾ ਗੁਰਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਟਿਕ ਗਿਆ ਹੈ। ਜਿਸ ਗੁਰਸਿੱਖ ਨੇ ਸਤਿਗੁਰੂ ਦੇ ਚਰਨਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਹੜਾ ਗੁਰਸਿੱਖੀ ਦੇ ਮਾਰਗ ਉੱਪਰ ਚੱਲ ਪਿਆ ਹੈ, ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਜਿਹੜੇ ਮਨੁੱਖ ਸਤਿਗੁਰੂ ਦੇ ਚਰਨਾਂ ਦਾ ਆਸਰਾ ਛੱਡ ਕੇ ਹੋਰਨਾਂ ਥਾਵਾਂ 'ਤੇ ਜਾਂਦੇ ਹੈ, ਕੀ ਆਪਾਂ ਉਹਨਾਂ ਨੂੰ ਗੁਰਸਿੱਖ ਕਹਿ ਸਕਦੇ ਹਾਂ? ਨਹੀਂ। ਵਿਚਾਰਵਾਨਾਂ ਨੇ ਗੁਰੂ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਜਦੋਂ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਲਿਖੀ, ਖਰੜਾ ਤਿਆਰ ਕੀਤਾ, ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਿੱਖੀ ਦੀ ਪਰਿਭਾਸ਼ਾ ਲਿਖੀ। ਬਹੁਤ ਸੁੰਦਰ ਲਿਖੀ, ਸੰਖੇਪ ਸ਼ਬਦਾਂ 'ਚ ਲਿਖੀ ਤੇ ਨਿਚੋੜ ਕੱਢਿਆ ਕਿ ਸਿੱਖ ਕੀ ਇਸਤਰੀ, ਜਿਹਦਾ ਭਰੋਸਾ 10 ਗੁਰੂ ਸਾਹਿਬਾਨ ਭਾਵ 10 ਪਾਤਸ਼ਾਹੀਆਂ ਦੇ ਉੱਪਰ ਹੈ, ਉਹਨਾਂ ਦੀ ਬਾਣੀ ਉੱਪਰ ਹੈ, ਜੋ ਕੇਵਲ ਤਾਂ ਕੇਵਲ ਆਪਣੇ ਜੀਵਨ ਵਿੱਚ ਸ਼ਬਦ ਗੁਰੂ ਨੂੰ ਗੁਰੂ ਮੰਨਦਾ ਹੈ ਤੇ ਸਤਿਗੁਰੂ ਦੀ ਬਾਣੀ ਨੂੰ ਕਮਾਉਂਦਾ ਹੈ, ਤੇ ਗੁਰੂ ਨੂੰ ਛੱਡ ਕੇ ਹੋਰਨਾਂ ਥਾਵਾਂ 'ਤੇ ਨਹੀਂ ਜਾਂਦਾ, ਹੋਰਨਾਂ ਮਤਾਂ ਨੂੰ ਨਹੀਂ ਮੰਨਦਾ, ਤੇ ਖੰਡੇ ਬਾਟੇ ਦੀ ਪਹੁਲ ਉੱਪਰ ਨਿਸ਼ਚਾ ਰੱਖਦਾ ਹੈ ਤੇ ਗੁਰੂ ਕੀ ਸੰਗਤ ਕਰਦਾ ਹੈ, ਉਹ ਸਿੱਖ ਹੈ। ਪਾਤਸ਼ਾਹ ਕਹਿੰਦੇ ਨੇ, ਅਖਵਾਉਣ ਦੇ ਨਾਲ ਗੁਰਸਿੱਖ ਨਹੀਂ ਬਣ ਜਾਈਦਾ, ਉਹਦਾ ਵਰਤੋਂ ਵਿਹਾਰ, ਉਹਦੇ ਕਰਮ, ਉਹਦਾ ਚਾਲ ਚੱਲਣ, ਉਹਦੀ ਸਮਾਜ ਨੂੰ ਦੇਣ ਪ੍ਰਤੱਖ ਰੂਪ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਇਹ ਗੁਰੂ ਕਾ ਸਿੱਖ ਹੈ, ਇਹ ਸਤਿਗੁਰੂ ਦੀ ਸਿੱਖਿਆ ਨੂੰ ਕਮਾ ਰਿਹਾ ਹੈ। ਕਹਿਣ ਮਾਤਰ ਮਨੁੱਖ ਸਿੱਖੀ ਦੇ ਰਸਤੇ ਉੱਪਰ ਨਹੀਂ ਚੱਲ ਸਕਦਾ, ਸਿੱਖੀ ਨੂੰ ਕਮਾ ਨਹੀਂ ਸਕਦਾ। ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਗੱਲੀ ਭਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਕੋਈ ਬੰਦਾ ਕਹੇ ਕਿ ਗੱਲਾਂ ਬਾਤਾਂ ਦੇ ਨਾਲ ਮੈਨੂੰ ਖੁਦਾ ਦਾ ਦਰ ਨਸੀਬ ਹੋ ਜਾਵੇ, ਵਹਿਸ਼ਤ ਮਿਲ ਜਾਵੇ,
ਕਹਿੰਦੇ ਨੇ ਗੱਲਾਂ ਦੇ ਨਾਲ, ਕਥਨ ਦੇ ਨਾਲ ਖੁਦਾ ਦਾ ਘਰ, ਖੁਦਾ ਦਾ ਦਰ ਨਸੀਬ ਨਹੀਂ ਹੁੰਦਾ। ਪਾਤਸ਼ਾਹ ਕਿਵੇਂ ਨਸੀਬ ਹੁੰਦਾ? ਛੁੱਟੈ ਸੱਚ ਕਮਾਏ। ਤੇਰੇ ਜੀਵਨ ਦੇ ਵਿੱਚ ਬਹੁਤ ਜ਼ਿਆਦੀਆਂ ਰੁਕਾਵਟਾਂ ਨੇ, ਝੂਠ ਦਾ, ਫਰੇਬ ਦਾ ਬੋਲ ਬਾਲਾ ਹੈ। ਤੂੰ ਬਾਰ-ਬਾਰ ਕਦਮ ਕਦਮ ਤੇ ਫਿਸਲਦਾ ਹੈ, ਤੇ ਗੱਲਾਂ ਬਾਤਾਂ ਦੇ ਨਾਲ ਕਹਵੇਂ ਕਿ ਮੈਂ ਧਰਮੀ ਹੋ ਜਾਵਾਂ, ਮੈਂ ਖਸਮ ਦੇ ਦਰ ਤੇ ਕਬੂਲ ਪੈ ਜਾਵਾਂ। ਪਾਤਸ਼ਾਹ ਕਹਿੰਦੇ ਨਹੀਂ ਪੈ ਸਕਦਾ। ਛੁੱਟੈ ਸੱਚ ਕਮਾਈ। ਤਾਂ ਛੁੱਟੇਗਾ ਜੇ ਜੀਵਨ ਦੇ ਵਿੱਚ ਸੱਚ ਦੀ ਕਮਾਈ ਕਰੇਗਾ। ਜੇ ਸਮਝ ਆ ਜਾਵੇਗੀ ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੇ ਆਪ, ਜਿਤ ਖਾਧੇ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਇਹ ਖਸਮ ਦੀ ਦਾਤ ਹੈ, ਇਹ ਵਡਿਆਈ ਖਸਮ ਦੀ ਹੈ। ਕੋਈ ਹਾਰੀ ਸਾਰੀ ਬੰਦਾ ਸੱਚ ਦੀ ਕਮਾਈ ਥੋੜ੍ਹੀ ਕਰ ਸਕਦਾ ਹੈ, ਨਹੀਂ ਕਮਾਇਆ ਜਾਂਦਾ। ਔਖਾ ਹੈ, ਰਸਤਾ ਔਖਾ ਹੈ, ਮਾਰਗ ਔਖਾ ਹੈ। ਗੁਰੂ ਦੀ ਕਿਰਪਾ ਹੋਵੇ ਤੇ ਸਿੱਖ ਦੇ ਅੰਦਰ ਤੜਫ ਹੋਵੇ, ਅੰਦਰ ਬਿਹਬਲਤਾ ਹੋਵੇ, ਤਾਂਘ ਹੋਵੇ, ਖਿੱਚ ਹੋਵੇ, ਤੇ ਜਦੋਂ ਗੁਰੂ ਦੀ ਰਹਿਮਤ ਤੇ ਸਿੱਖ ਦੀ ਤੜਫ ਦਾ ਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ, ਤੇ ਫਿਰ ਜਾ ਕੇ ਮਨੁੱਖ ਸੱਚ ਦੀ ਕਮਾਈ ਕਰਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਜੇ ਬਹੁ ਤੇਰਾ ਲੋਚੀਐ, ਬਾਤੀ ਮੇਲ ਨਾ ਹੋਈ। ਗੱਲਾਂ ਬਾਤਾਂ ਦੇ ਨਾਲ ਕੋਈ ਬੰਦਾ ਕਵੇ ਕਿ ਮੈਂ ਖਸਮ ਨੂੰ ਪਾ ਲਵਾਂ, ਪਾਤਸ਼ਾਹ ਕਹਿੰਦੇ ਨਹੀਂ ਪਾਇਆ ਜਾ ਸਕਦਾ। ਪੁੱਛੀਏ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਕਹਿੰਦੇ ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ। ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦਾ ਰੰਗ ਵੇਖ ਕੇ, ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ, ਉਹਨਾਂ ਦੇ ਖਸਮ ਦੇ ਮਿਲਾਪ ਦਾ ਸੁੱਖ ਵੇਖ ਕੇ ਪੁੱਛਣ ਵਾਲਾ ਪੁੱਛਦਾ ਹੈ। ਰੱਬ ਦੇ ਪਿਆਰਿਆਂ ਨੂੰ, ਪ੍ਰੀਤਮ ਦੇ ਪਿਆਰਿਆਂ ਨੂੰ ਪੁੱਛਣ ਵਾਲਾ ਪੁੱਛਦਾ ਹੈ ਕਿ ਮੈਨੂੰ ਵੀ ਰਸਤਾ ਦੱਸੋ। ਤੇ ਰੱਬ ਦੇ ਪਿਆਰੇ ਰਸਤਾ ਦੱਸਦੇ ਨੇ। ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ। ਪੁੱਛ ਤਾਂ ਲਿਆ ਪਰ ਉਸ ਰਸਤੇ ਉੱਪਰ ਚੱਲਿਆ ਨਹੀਂ, ਕਦਮ ਨਹੀਂ ਰੱਖਿਆ। ਕੋਈ ਲੋਚਦਾ ਕਿ ਮੈਂ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਜਾਵਾਂ, ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਜਾਵਾਂ, ਉੱਥੇ ਦਰਸ਼ਨ ਦੀਦਾਰੇ ਕਰਾਂ, ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਮੈਂ ਗੁਰੂ ਗੁਰੂ ਕਰਾਂ। ਜਿਹੜੇ ਕਰਦੇ ਨੇ ਉਹਨਾਂ ਨੂੰ ਪੁੱਛਦਾ ਹੈ, ਜਾਣਾ ਅੰਮ੍ਰਿਤਸਰ ਸਾਹਿਬ ਆ ਪਰ ਵਿਪਰੀਤ ਚੱਲ ਪਿਆ ਹੈ, ਉਲਟ ਪਾਸੇ ਚੱਲ ਪਿਆ ਹੈ, ਉਸ ਰਸਤੇ ਉੱਪਰ ਕਦਮ ਨਹੀਂ ਰੱਖਿਆ। ਸਾਰੀ ਜ਼ਿੰਦਗੀ ਚੱਲਦਾ ਰਹੋ, ਸਾਰੀ ਜ਼ਿੰਦਗੀ ਤੁਰਦਾ ਰਹੋ, ਤੂੰ ਉਸ ਨਗਰੀ ਵਿੱਚ, ਉਸ ਸਤ ਸੰਗਤ ਵਾਲੀ ਜਗ੍ਹਾ 'ਤੇ ਨਹੀਂ ਪਹੁੰਚ ਸਕਦਾ। ਜਿਸ ਬਾਬਤ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਹ ਗੁਰੂ ਰਾਮਦਾਸ ਮਹਾਰਾਜ ਜੀ ਧੰਨ, ਜਿਨ੍ਹਾਂ ਨੇ ਇਸ ਮਾਲਕ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਨੂੰ ਲੁਕਾਈ ਦੇ ਵਿੱਚ ਵੰਡਿਆ। ਉੱਥੇ ਅੰਮ੍ਰਿਤਸਰ ਪਹੁੰਚਣਾ ਹੈ ਤੇ ਉਸ ਰਸਤੇ ਉੱਪਰ ਚੱਲਣਾ ਪਵੇਗਾ। ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ। ਖਸਮ ਦੇ ਮਿਲਾਪ ਦੀਆਂ ਗੱਲਾਂ ਕਰਨੀਆਂ, ਪਰ ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਬਚਨਾਂ ਨੂੰ ਮੰਨਣਾ ਨਹੀਂ, ਕਮਾਉਣਾ ਨਹੀਂ। ਜਿਵੇਂ ਇੱਕ ਵਿਦਿਆਰਥੀ ਅਧਿਆਪਕ ਕਲਾਸ ਲੈ ਰਿਹਾ ਹੈ ਤੇ ਉਹਦੇ ਅੰਦਰ ਬੈਠਾ ਹੈ, ਜੋ ਉਹ ਲੈਸਨ ਪੜ੍ਹਾ ਰਿਹਾ ਹੈ, ਦ੍ਰਿੜ ਕਰਵਾ ਰਿਹਾ ਹੈ, ਉਸ ਨੂੰ ਅਣਸੁਣਿਆ ਕਰ ਦੇਵੇ ਤੇ ਕਿਵੇਂ ਆਸ ਲਾਈ ਜਾ ਸਕਦੀ ਹੈ ਕਿ ਸਾਲ ਪੂਰਾ ਹੋਣ ਤੋਂ ਬਾਅਦ ਇਹਦੀ ਪਰਸੈਂਟੇਜ ਅਵਲ ਹੋਏਗੀ, ਉੱਚੀ ਹੋਵੇਗੀ? ਨਹੀਂ ਹੋਵੇਗੀ। ਉਹਦਾ ਫੇਲੀਅਰ ਇਹ ਹੈ ਕਿ ਉਹਨੇ ਕਲਾਸ ਵਿੱਚ ਬੈਠ ਕੇ ਅਧਿਆਪਕ ਦੀ ਸਿੱਖਿਆ ਨੂੰ ਫੋਲੋ ਨਹੀਂ ਕੀਤਾ, ਸੁਣਿਆ ਨਹੀਂ, ਉਹਦੇ ਉੱਪਰ ਅਮਲ ਨਹੀਂ ਕੀਤਾ, ਮਿਹਨਤ ਨਹੀਂ ਕੀਤੀ। ਗੱਲੀ ਬਾਤੀ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਧਰਮ ਦੇ ਨਾਮ ਉੱਪਰ ਕਾਰ ਵਿਹਾਰ ਕਰਦੇ ਹਾਂ, ਧਰਮ ਨੂੰ ਕਮਾਉਣ ਦੀ ਆਪਣੇ ਫਰਜ਼ ਨੂੰ
ਕਮਾਉਣ ਦੀ, ਫਰਜ਼ ਦੀ ਪਾਲਣਾ ਕਰਨ ਦੀ ਗੱਲ ਕਰਦੇ ਹਾਂ ਤੇ ਕੁਤਾਹੀ ਖਾ ਜਾਂਦੇ ਹਾਂ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਇਹ ਚਿੱਤਰ ਸਾਡੇ ਸਾਹਮਣੇ ਬਿਆਨ ਕੀਤਾ ਹੈ। ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ, ਪਗ ਕਹੀਏ ਕਦਮ, ਰਸਤਾ ਜਿਹਦੇ ਉੱਪਰ ਚੱਲਣਾ ਹੈ। ਪੂਛਤ ਪਥਕ ਤਿਹ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਕਿਵੇਂ ਗੱਲਾਂ ਦੇ ਨਾਲ ਉਸ ਖਸਮ ਦੇ ਦਰ ਤੇ ਕਬੂਲ ਪਿਆ ਜਾ ਸਕਦਾ ਹੈ? ਨਹੀਂ ਪਿਆ ਜਾ ਸਕਦਾ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬੰਦਾ ਚਾਹੁੰਦਾ ਹੈ ਕਿ ਮੈਂ ਅਰੋਗ ਹੋ ਜਾਵਾਂ, ਤੰਦਰੁਸਤ ਹੋ ਜਾਵਾਂ ਤੇ ਮੈਨੂੰ ਸੁੱਖ ਪ੍ਰਾਪਤ ਹੋ ਜਾਵੇ। ਇਹ ਚਾਹੁੰਦਾ ਹੈ ਮਨੁੱਖ। ਇੱਕ ਤਾਂ ਦੁਨਿਆਵੀ ਤੌਰ ਤੇ, ਸਰੀਰਕ ਤੌਰ ਤੇ ਕੋਈ ਰੋਗ ਆ ਜਾਵੇ ਤੇ ਉਸ ਰੋਗ ਤੋਂ ਮੁਕਤ ਹੋਣ ਵਾਸਤੇ ਤਾਂ ਵੀ ਯਤਨ ਕਰਨਾ ਪੈਂਦਾ ਹੈ। ਉਸ ਰੋਗ ਦੇ ਇਲਾਜ ਵਾਸਤੇ ਡਾਕਟਰ ਦੇ ਕੋਲ ਜਾਣਾ ਪੈਂਦਾ ਹੈ, ਵੈਦ ਕੋਲ ਜਾਣਾ ਪੈਂਦਾ ਹੈ। ਉਹ ਰੋਗ ਦੀ ਜਾਂਚ ਕਰਦਾ ਹੈ, ਸਮਝ ਆਉਂਦੀ ਹੈ, ਫਿਰ ਦਵਾਈ ਲਿਖਦਾ ਹੈ, ਨਾਲ ਹੀ ਹਦਾਇਤ ਕਰਦਾ ਕਿ ਪਰਹੇਜ਼ ਕਰਨਾ ਹੈ। ਰੋਗ ਹੈ ਸਰੀਰ ਨੂੰ, ਡਾਕਟਰ ਦੇ ਕੋਲ ਗਿਆ, ਬੈਠਾ, ਆਪਣੇ ਰੋਗ ਬਾਰੇ ਜਾਣਿਆ ਵੀ, ਦਵਾਈ ਵੀ ਲਈ, ਪਰ ਖਾਧੀ ਨਹੀਂ। ਪਰਹੇਜ਼ ਕਰਨ ਵਾਸਤੇ ਹਦਾਇਤ ਕੀਤੀ ਸੀ ਪਰ ਪਰਹੇਜ਼ ਨਹੀਂ ਕੀਤਾ। ਭਲਿਆ ਜੇ ਦਵਾਈ ਨਹੀਂ ਖਾਵੇਂਗਾ, ਪਰਹੇਜ਼ ਨਹੀਂ ਕਰੇਗਾ ਤੇ ਉਸ ਰੋਗ ਤੋਂ ਕਿਵੇਂ ਮੁਕਤ ਹੋਵੇਂਗਾ? ਇਸੇ ਤਰ੍ਹਾਂ ਪੂਛਤ ਹੈ ਵੈਦ, ਗੁਰੂ ਵੈਦ ਨੂੰ ਪੁੱਛਦਾ ਹੈ। ਖਾਤ ਔਖਦ ਨਾ ਸੰਜਮ ਸੈ, ਗੁਰੂ ਕਹਿੰਦਾ ਹੈ ਕਿ ਜੇ ਹਉਮੈ ਦੇ ਰੋਗ ਤੋਂ ਬਚਣਾ ਹੈ, ਜੇ ਮੋਹ ਦੇ ਰੋਗ ਤੋਂ ਬਚਣਾ ਹੈ, ਜੇ ਵਿਸ਼ੇ ਵਿਕਾਰਾਂ ਦੀ ਮੈਲ ਤੋਂ ਬਚਣਾ ਹੈ, ਭਟਕਣਾ ਤੋਂ ਬਚਣਾ ਹੈ, ਵਿਸ਼ੇ ਵਿਕਾਰਾਂ ਦੀ ਤਪਸ਼ ਤੋਂ ਬਚਣਾ ਹੈ, ਤੇ ਗੁਰੂ ਦਵਾਈ ਕੀ ਦਿੰਦਾ ਹੈ? ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੇ ਫੰਦਾ। ਗੁਰੂ ਹਰੀ ਪਰਮਾਤਮਾ ਦੇ ਵੈਦ ਕੋਲ ਪਹੁੰਚੇ ਆਪਾਂ। ਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਜੋ ਵਿਸ਼ੇ ਵਿਕਾਰਾਂ ਦੇ ਰੋਗ ਨੇ, ਇਹਨਾਂ ਦੇ ਖਾਤਮੇ ਲਈ ਆਪਣੇ ਨਾਮ ਦੀ ਦਵਾਈ ਬਖਸ਼ ਦਿੱਤੀ। ਪਰ ਨਾਮ ਦੀ ਕਮਾਈ ਤਾਂ ਅਸਾਂ ਕਰਨੀ ਸੀ ਨਾ। ਨਾਮ ਕਿਹਨੇ ਜਪਣਾ ਸੀ? ਗਵਾਂਢੀ ਨੇ, ਨੌਕਰ ਨੇ ਜਪਣਾ ਸੀ। ਹਉਮੈ ਦਾ ਰੋਗ ਮੇਰੇ ਅੰਦਰ ਹੈ, ਮੁਕਤੀ ਮੈਨੂੰ ਚਾਹੀਦੀ ਹੈ, ਦੁੱਖ ਮੈਂ ਭੋਗ ਰਿਹਾ ਵਾਂ ਤੇ ਦਵਾਈ ਵੀ ਮੈਨੂੰ ਖਾਣੀ ਪਵੇਗੀ, ਨਾਮ ਮੈਨੂੰ ਜਪਣਾ ਪਵੇਗਾ, ਸਿਮਰਨ ਮੈਨੂੰ ਕਰਨਾ ਪਵੇਗਾ। ਤੇ ਜਦੋਂ ਨਾਮ ਦੀ ਗੱਲ ਆਉਂਦੀ ਤੇ ਮਨੁੱਖ ਸੋਚਦਾ ਏ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਨਾਮ ਹੈ। ਭਲਿਆ ਹਾਂ, ਇਹ ਵੀ ਤਾਂ ਨਾਮ ਹੀ ਹੈ, ਪਰ ਪ੍ਰੈਕਟੀਕਲ ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਏਵ ਹਰ ਹਰ ਨਾਮ ਧਿਆਈ। ਗੁਣਾਂ ਨੂੰ ਧਾਰਨ ਕਰ। ਹਰੀ ਦੇ ਮਿਲਾਪ ਦਾ ਰਸਤਾ ਇਹੀ ਹੈ। ਖਸਮ ਦੇ ਮਿਲਾਪ ਦਾ ਲਾਹਾ ਪ੍ਰਾਪਤ ਕਰ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਗੁਰ ਕਹਿਆ ਸੋ ਚਿਤ ਧਰ ਹਾਂ। ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਆਪਣੇ ਚਿੱਤ ਵਿੱਚ ਵਸਾ ਲੈ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਸਤਿਗੁਰ ਦੀ ਦੱਸੀ ਹੋਈ ਸੇਵਾ ਕਾਰ ਕਮਾ। ਗੁਣ ਕਹੋ ਹਰ ਲਹੋ ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਖਸਮ ਦੇ ਨਾਮ ਨੂੰ ਧਿਆਉਣ ਦੀ ਇਹ ਜੁਗਤ ਹੈ, ਇਹ ਤਰੀਕਾ ਹੈ। ਗੁਣਵਾਨ ਬਣ। ਗੁਰੂ ਦੇ ਕੋਲ ਗੁਣਾਂ ਦਾ ਪ੍ਰਸ਼ਾਦ ਹੈ, ਉਸ ਨੂੰ ਚੱਖ, ਉਸ ਨੂੰ ਪ੍ਰਾਪਤ ਕਰ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਉਧਾਰ ਉਸੇ ਦਾ ਹੈ ਜਿਹੜਾ ਉਹਨੂੰ ਖਾਵੇਗਾ, ਉਹਨੂੰ ਪਚਾਵੇਗਾ, ਉਸ ਨੂੰ ਮਾਣੇਗਾ, ਉਸ ਦਾ ਉਧਾਰ ਹੈ। ਖਾਤ ਨਾ ਔਖਦ ਸੰਜਮ ਸੈ, ਨਾਮ ਨਹੀਂ ਜਪਦਾ, ਪਰਹੇਜ਼ ਨਹੀਂ ਕਰਦਾ, ਅਜੇ ਵੀ ਭਟਕਣਾ ਦੇ ਵਿੱਚ ਹੈ,
ਆਉਣਾ ਸੀ ਗੁਰਦੁਆਰੇ, ਗੁਰੂ ਕੀ ਸੰਗਤ ਵਿੱਚ ਬੈਠਣਾ ਸੀ, ਗੁਰੂ ਕੀ ਸੰਗਤ ਵਿੱਚ ਬੈਠ ਕੇ ਖਸਮ ਦੀ ਬਾਣੀ ਨੂੰ ਸਰਵਣ ਕਰਨਾ ਸੀ, ਆਨੰਦ ਮਾਣਨਾ ਸੀ, ਪਰ ਭਟਕ ਗਿਆ। ਜੂਏ ਦੇ ਅੱਡੇ ਤੇ ਜਾਂਦਾ ਏ, ਚੋਰੀ ਕਰਨ ਜਾਂਦਾ ਏ, ਧੋਖਾ ਕਰਨ ਜਾਂਦਾ ਏ, ਫਰੇਬ ਕਰਨ ਜਾਂਦਾ ਏ, ਨਸ਼ੇ ਦੇ ਅੱਡੇ ਤੇ ਜਾਂਦਾ ਏ। ਇੱਥੋਂ ਪਰਹੇਜ਼ ਕਰਨਾ ਸੀ। ਪਾਤਸ਼ਾਹ ਕਹਿੰਦੇ ਨੇ, ਭਲਿਆ ਜੇ ਬਚਣਾ ਏ ਤੇ ਗੁਰੂ ਦੀ ਸ਼ਰਨ ਵਿੱਚ ਆ। ਤੇ ਭਾਈ ਗੁਰਦਾਸ ਜੀ ਕਹਿੰਦੇ, ਪੂਛਤ ਹੈ ਬੈਦ ਖਾਤ ਨਾ ਔਖਦ ਸੰਜਮ ਸੇ। ਨਾ ਸੰਜਮ ਰੱਖਿਆ ਤੇ ਨਾ ਨਾਮ ਨੂੰ ਚੱਖਿਆ, ਨਾ ਨਾਮ ਦੀ ਦਵਾਈ ਲਈ। ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਤੂੰ ਚਾਹੁੰਦਾ ਹੈ ਕਿ ਮੈਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਵੇ ਤੇ ਵਿਸ਼ੇ ਵਿਕਾਰਾਂ ਦੇ ਰੋਗ ਅੰਦਰੋਂ ਮਿਟ ਜਾਣ। ਕਹਿੰਦੇ ਭਲਿਆ ਜੇ ਪੂਰੇ ਗੁਰੂ ਕੋਲ ਆਇਆ, ਪੂਰੇ ਵੈਦ ਕੋਲ ਆਇਆ ਹੈ, ਤੇ ਨਾਮ ਦੀ ਦਵਾਈ ਨੂੰ ਆਪਣੇ ਅੰਦਰ ਲੈ। ਇਹ ਤੇਰੇ ਮਨ ਅੰਦਰੋਂ ਹਉਮੈ ਦੇ ਰੋਗ ਨੂੰ ਮਿਟਾ ਦੇਵੇਗੀ, ਵਿਸ਼ੇ ਵਿਕਾਰਾਂ ਦੇ ਵਹਿਣ ਨੂੰ ਖਤਮ ਕਰ ਦੇਵੇਗੀ। ਫਿਰ ਅੱਗੇ ਬਚਨ ਕਰਦੇ ਨੇ, ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੈ ਬਿਬਚਾਰ ਕਤ ਸਹਿਜਾ ਬੁਲਾਈਐ। ਹੁਣ ਪਤੀ ਕੰਤ ਖਸਮ ਆਪਣੀ ਸੇਜਾ ਤੇ ਕਿਹਨੂੰ ਬੁਲਾਉਂਦਾ ਏ? ਜਿਹੜੀ ਪਤੀ ਬ੍ਰਤਾ ਦੇ ਧਰਮ ਵਿੱਚ ਪਰਪੱਕ ਹੈ, ਜਿਹੜੀ ਪਤੀ ਦੇ ਪ੍ਰੇਮ ਵਿੱਚ ਭਿੱਜੀ ਹੈ, ਜੋ ਪਤੀ ਪ੍ਰਤੀ ਵਫਾਦਾਰ ਹੈ। ਅਸੀਂ ਸਭ ਜੀਵ ਇਸਤਰੀਆਂ ਹਾਂ, ਸਾਡਾ ਪਤੀ ਕੌਣ ਹੈ? ਖਸਮ ਕੰਤ ਵਾਹਿਗੁਰੂ। ਉਹਦੀ ਸੇਜਾ ਤੇ ਪਹੁੰਚਣਾ ਹੈ, ਉਹਦੇ ਦਰ ਤੇ ਪ੍ਰਵਾਨ ਚੜ੍ਹਨਾ ਹੈ। ਕਿਵੇਂ ਚੜ੍ਹਿਆ ਜਾਵੇ? ਪੂਛਤ ਸੁਹਾਗਨ ਹੈ। ਪੁੱਛਦਿਆਂ ਸੁਹਾਗਨਾਂ ਨੂੰ, ਜਿਹੜੇ ਆਪਣੇ ਪਤੀ ਦੇ ਮਿਲਾਪ ਦੇ ਆਨੰਦ ਨੂੰ ਮਾਣਦੀਆਂ ਨੇ। ਸ਼ਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਅਭਿਮਾਨ ਨੂੰ ਛੱਡ ਕੇ, ਬੁਰਾਈਆਂ ਨੂੰ ਛੱਡ ਕੇ ਤੇ ਖਸਮ ਦੇ ਮਿਲਾਪ ਨੂੰ ਮੰਨਦੀਆਂ ਨੇ। ਆਪਣੇ ਖਸਮ ਦੀ ਸਾਰ ਕਦਰ ਉਹ ਸੁਹਾਗਣਾ ਜਾਣਦੀਆਂ ਨੇ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੇ। ਪਰ ਭਟਕਣਾ ਇਹ ਹੈ, ਜਿਹੜੇ ਕਰਮ ਨੇ ਉਹ ਦੁਹਾਗਣਾ ਵਾਲੇ ਨੇ। ਮਨ ਅੰਦਰ ਖੋਟ ਹੈ, ਖਸਮ ਦੀਆਂ ਪਿਆਰੀਆਂ ਨਹੀਂ, ਸਤ ਸੰਗਤ ਵਿੱਚ ਆ ਕੇ ਗੁਰੂ ਨੂੰ ਸਮਰਪਿਤ ਨਹੀਂ ਹੋਈਆਂ। ਜੀਵ ਇਸਤਰੀਆਂ, ਸਾਡੀ ਅੰਦਰ ਦੀ ਆਤਮਾ ਜਿਹਨੇ ਪ੍ਰਵਾਨ ਚੜ੍ਹਨਾ ਹੈ। ਪੂਛਤ ਸੁਹਾਗਨ ਹੈ ਕਰਮ ਦੁਹਾਗਨ ਕੈ, ਹਿਰਦੈ ਬਿਬਚਾਰ ਕਤ ਸਹਿਜਾ ਬੁਲਾਈਏ। ਅੰਦਰ ਤਾਂ ਖੋਟ ਹੈ, ਅੰਦਰ ਵਿਬਚਾਰ ਹੈ, ਅੰਦਰ ਵਿਸ਼ੇ ਵਿਕਾਰ ਨੇ। ਕਿਵੇਂ ਪ੍ਰੀਤਮ ਖੁਸ਼ ਹੋ ਕੇ ਤੁਹਾਨੂੰ ਆਪਣੀ ਸੇਜਾ ਤੇ ਬੁਲਾਵੇ। ਗਾਏ ਸੁਣੈ ਆਂਖੇ ਮੀਚੇ, ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ, ਜੋ ਲਓ ਨਾ ਕਮਾਈਏ। ਕਹਿੰਦੇ ਭਲਿਓ, ਗਾਉਣ ਦੇ ਨਾਲ ਕਈ ਉੱਚੀ ਉੱਚੀ ਗਾਉਂਦੇ ਨੇ, ਗੁਰਬਾਣੀ ਨੂੰ ਗਾਉਂਦੇ ਨੇ, ਪਰ ਮਨ ਵਿੱਚ ਵਸਾਉਂਦੇ ਨਹੀਂ, ਭਟਕ ਜਾਂਦੇ ਨੇ। ਉਹਨਾਂ ਦੀ ਹਾਲਤ ਪਤਾ ਕੀ ਹੈ? ਹਰ ਹਰ ਕਰਹਿ ਕਰਦੇ ਨੇ। ਵੇਖਣ ਵਾਲਿਆਂ ਨੂੰ ਲੱਗਦਾ ਕਿ ਇਹ ਗੀਤ ਗਾ ਰਿਹਾ, ਗੁਰਬਾਣੀ ਪੜ੍ਹ ਰਿਹਾ ਹੈ, ਰੱਬ ਦਾ ਨਾਮ ਲੈ ਰਿਹਾ ਹੈ, ਨਿਤ ਕਪਟ ਕਮਾਵੇ। ਪਰ ਇਹ ਨਹੀਂ ਪਤਾ ਕਿ ਅੰਦਰ ਕਪਟ ਕਮਾ ਰਿਹਾ ਹੈ। ਇਹ ਵਿਖਾਵੇ ਮਾਤਰ ਹੈ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਤਾਂ ਬਾਹਰੀ ਸਰੂਪ ਦੇਖ ਕੇ ਇਹ ਸਮਝ ਬੈਠਾ ਕਿ ਇਹ ਸੰਤ ਹੈ। ਅਸੀਂ ਇਹੀ ਟਪਲਾ ਖਾ ਰਹੇ ਹਾਂ, ਬਾਹਰੀ ਸਰੂਪ ਦੇਖ ਕੇ, ਆਕਾਰ ਦੇਖ ਕੇ, ਉੱਥੋਂ ਦਾ ਰੱਖ ਰਖਾਵ ਦੇਖ ਕੇ, ਉੱਥੋਂ ਦਾ ਮਾਹੌਲ ਦੇਖ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਤੋਂ ਪਰਾਂ ਚਲੇ ਜਾਂਦੇ ਹਾਂ, ਭਟਕ ਜਾਂਦੇ ਹਾਂ। ਭਟਕਿਆਂ ਦੇ ਕੋਲ ਜਾਵਾਂਗੇ, ਭਟਕਣਾ ਮਿਲੇਗੀ। ਸੱਚ ਦੇ ਕੋਲ ਆਵਾਂਗੇ, ਅੰਦਰੋਂ ਮੈਲ ਮਿਟੇਗੀ। ਅਗਿਆਨਤਾ ਦਾ ਹਨੇਰਾ, ਅੰਦਰ ਦਾ ਹਨੇਰਾ ਦੂਰ ਹੋਵੇਗਾ। ਸੱਚ ਦਾ ਪ੍ਰਕਾਸ਼, ਇਹਦਾ ਉਜਾਲਾ ਹੋਵੇਗਾ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭ੍ਰਮ ਕੀ ਟਾਟੀ, ਰਹਿਓ ਨਾ ਮਾਇਆ ਬੰਦੀ।
ਜਿੰਨੇ ਮਾਇਆ ਦੇ ਬੰਧਨ ਨੇ, ਇਹ ਭਰਮ ਦੀ ਟੁੱਟੀ ਜਿਹੜੀ ਛਪਰੀ ਹੈ, ਜਦੋਂ ਗਿਆਨ ਦੀ ਹਨੇਰੀ ਆਉਂਦੀ, ਮਨੁੱਖ ਨੂੰ ਗਿਆਨ ਮਿਲਦਾ ਗੁਰੂ ਦੇ ਕੋਲੋਂ, ਫਿਰ ਇਹ ਭਰਮ ਦੀ ਛਪਰੀ ਟੁੱਟ ਜਾਂਦੀ ਹੈ, ਮਾਇਆ ਦੇ ਬੰਧਨ ਟੁੱਟ ਜਾਂਦੇ ਨੇ ਤੇ ਮਨੁੱਖ ਨੂੰ ਖਲਾਸੀ ਮਿਲ ਜਾਂਦੀ ਹੈ। ਮਨੁੱਖ ਨੂੰ ਖਸਮ ਦੇ ਮਿਲਾਪ ਦਾ ਸੁੱਖ ਮਿਲ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ। ਪਰਮ ਪਦ ਉੱਚਾ ਮਕਾਮ, ਪਵਿੱਤਰ ਮਕਾਮ, ਜਿਸ ਨੂੰ ਪ੍ਰਾਪਤ ਕਰਨ ਵਾਸਤੇ ਮਾਲਕ ਨੇ ਮਨੁੱਖਾ ਜਨਮ ਸਾਨੂੰ ਦਿੱਤਾ ਹੈ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ ਨਾਨਕ, ਇਹ ਧਨ ਸਾਰ। ਪਹਿਲਾ ਸ਼ਾਰ ਹੈ ਸੁਭਾ, ਦੂਜਾ ਸਾਰ ਹੈ ਸ਼੍ਰੇਸ਼ਟ। ਪਾਤਸ਼ਾਹ ਕਹਿੰਦੇ ਨੇ, ਭਲਿਆ ਜੋ ਮਾਲਕ ਦਾ ਨਾਮ ਸ਼੍ਰੇਸ਼ਟ ਹੈ, ਉਸ ਨੂੰ ਆਪਣੇ ਹਿਰਦੇ ਅੰਦਰ ਵਸਾ। ਗਾਏ ਸੁਣੈ ਆਂਖੇ ਮੀਚੈ, ਬੰਦਾ ਗਾਉਂਦਾ ਵੀ ਹੈ, ਅੱਖਾਂ ਮੂੰਦ ਕੇ ਬਹਿ ਵੀ ਜਾਂਦਾ ਹੈ, ਇਉਂ ਪ੍ਰਤੀਤ ਹੁੰਦਾ ਕਿ ਸਮਾਧੀ ਲਾ ਕੇ ਬੈਠਾ ਹੈ। ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਤਾ ਸੰਗ ਭੁਲੇਖਾ ਖਾ ਗਿਆ। ਜੇ ਜਾਣਾ ਬੱਗ ਬੱਪੜਾ, ਜਨਮ ਨਾ ਭੇੜੀ ਅੰਗ। ਜੇ ਮੈਨੂੰ ਸਮਝ ਆ ਜਾਂਦੀ, ਗੁਰੂ ਕੋਲੋਂ ਗਿਆਨ ਪ੍ਰਾਪਤ ਕਰ ਲੈਂਦਾ ਵੀ ਇਹ ਹੰਸ ਨਹੀਂ, ਇਹ ਸੰਤ ਨਹੀਂ, ਇਹ ਬਗਲਾ ਹੈ, ਇਹ ਅਸਲ ਨਹੀਂ, ਇਹ ਨਕਲ ਹੈ, ਤੇ ਮੈਂ ਭੁੱਲ ਕੇ ਵੀ ਇਹਦੇ ਕੋਲ ਨਾ ਬੈਠਦਾ, ਇਹਦੀ ਸੰਗਤ ਨਾ ਕਰਦਾ, ਆਪਣੇ ਜੀਵਨ ਦਾ ਉਹ ਸਮਾਂ ਵਿਅਰਥ ਨਾ ਗਵਾਉਂਦਾ। ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ, ਗਾਏ ਸੁਣੇ ਆਂਖੇ ਮੀਚੇ ਪਾਈਏ ਨਾ ਪਰਮ ਪਦ। ਭਲਿਆ ਸਿਰਫ ਗਾਉਣ ਦੇ ਨਾਲ, ਅੱਖਾਂ ਮੂੰਦ ਕੇ ਬੈਠਣ ਦੇ ਨਾਲ, ਗਾਏ ਸੁਣੈ ਆਂਖੇ ਮੀਚੈ, ਸੁਣਨ ਦੇ ਨਾਲ ਪਾਈਏ ਨਾ ਪਰਮ ਪਦ। ਫਿਰ ਪੁੱਛੀਏ ਭਾਈ ਗੁਰਦਾਸ ਜੀ ਕਿਵੇਂ ਮਿਲਦਾ ਏ? ਗੁਰ ਉਪਦੇਸ਼ ਗਹਿ, ਜਾਓ ਲਓ ਨਾ ਕਮਾਈਏ। ਜਿੰਨਾ ਚਿਰ ਤੂੰ ਗੁਰੂ ਦੇ ਉਪਦੇਸ਼ ਨੂੰ ਪਕੜਦਾ ਨਹੀਂ, ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦਾ, ਗਹਿ ਦਾ ਅਰਥ ਹੈ ਪਕੜਨਾ, ਧਿਆਨ ਵਿੱਚ ਲਿਆਉਣਾ, ਆਪਣੀ ਸੁਰਤ ਵਿੱਚ ਟਿਕਾਉਣਾ। ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨਨ ਪਰ। ਜਦੋਂ ਗੁਰੂ ਪੱਖ ਵਿੱਚ ਹੋਵੇ, ਗੁਰੂ ਸਹਾਇਤਾ ਕਰੇ, ਫਿਰ ਮਨੁੱਖ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਧਿਆਨ ਟਿਕਦਾ ਹੈ। ਗੁਰੂ ਦਾ ਗਿਆਨ ਪੱਲੇ ਹੋਣ ਕਰਕੇ, ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜਨ ਕਰਕੇ ਉਹਦਾ ਧਿਆਨ ਭਟਕਦਾ ਨਹੀਂ। ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨਨ ਪਰ। ਅਨਨ ਦਾ ਅਰਥ ਹੋਰਨਾਂ ਪਾਸੇ ਨਹੀਂ ਜਾਂਦਾ। ਹੁਣ ਇਹ ਸਿੱਖਿਆ, ਇਹ ਜੀਵਨ ਜਾਂਚ, ਜੀਵਨ ਜੁਗਤ ਕੇਵਲ ਤਾਂ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੁੰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਗਾਏ ਸੁਣੈ ਆਂਖੇ ਮੀਚੇ ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ, ਜਾਓ ਲਓ ਨਾ ਕਮਾਈਏ। ਭਲਿਆ ਜਿੰਨਾ ਚਿਰ ਤੂੰ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਨਹੀਂ, ਉਹਨਾਂ ਚਿਰ ਇਹ ਤੇਰੇ ਯਤਨ ਵਿਅਰਥ ਨੇ, ਲੇਖੇ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਗੁਰੂ ਕਾ ਸਿੱਖ ਖਵਾਉਂਦਾ ਏ, ਤੇ ਜਿਹਦਾ ਜੀਵਨ ਦੇਖ ਕੇ, ਉਹਦੇ ਕਰਮ ਦੇਖ ਕੇ, ਉਹਦੇ ਅੰਦਰ ਦੀ ਪਵਿੱਤਰਤਾ ਵੇਖ ਕੇ ਲੋਕ ਵੀ ਕਹਿੰਦੇ ਇਹ ਗੁਰੂ ਕਾ ਸਿੱਖ ਹੈ। ਉਹ ਕਰਦਾ ਕੀ ਹੈ? ਸੋ ਭਲ ਕੇ ਉਠ ਹਰ ਨਾਮ ਧਿਆਵੈ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੋਚਾਂ ਸੋਚਦੇ ਹਾਂ, ਇਸੇ ਚਿੰਤਾ ਵਿੱਚ ਰਹਿੰਦੇ ਹਾਂ ਕਿ ਆਉਣ ਵਾਲਾ ਜੋ ਭਲਕੇ ਹੈ, ਆਉਣ ਵਾਲਾ ਦਿਨ ਆ, ਉਹ ਕਿਵੇਂ ਗੁਜ਼ਰੇਗਾ। ਸਾਡੀਆਂ ਵਿਉਂਤਬੰਦੀਆਂ, ਸਾਡੀਆਂ ਸਕੀਮਾਂ, ਸਾਡੇ ਫੁਰਨੇ, ਸਾਡੇ ਖਿਆਲ ਆਉਣ ਵਾਲੇ ਭਲਕ ਨੂੰ ਗਵਾ ਦਿੰਦੇ ਨੇ, ਉਹਨੂੰ ਸਵਾਰਦੇ ਨਹੀਂ। ਪਾਤਸ਼ਾਹ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਹ ਭਲ ਕੇ ਉੱਠਦਾ ਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਏ। ਕੀ ਕਰਦਾ ਏ? ਜੁਗ ਜੁਗ ਵਾਹਾ ਗੁਰੂ, ਤੇਰਾ ਸਭ ਸਦਕਾ। ਉਹ ਵਾਹਿਗੁਰੂ ਦੇ ਧਿਆਨ ਨੂੰ ਆਪਣੇ ਮਨ ਵਿੱਚ ਲੈ ਕੇ ਆਉਂਦਾ ਏ, ਖਸਮ ਦੇ ਨਾਮ ਨੂੰ ਧਿਆਉਂਦਾ ਏ,
ਤੇ ਜਿਹੜਾ ਖਸਮ ਦੇ ਨਾਮ ਨੂੰ ਧਿਆਉਂਦਾ, ਪਾਤਸ਼ਾਹ ਕਹਿੰਦੇ ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਇੱਕ ਮਨਮੁਖ ਹੈ, ਇੱਕ ਗੁਰਮੁਖ ਹੈ। ਤੁਸੀਂ ਕੀ ਸਮਝਦੇ ਹੋ ਕਿ ਮਨਮੁਖ ਤੇ ਗੁਰਮੁਖ ਦੀਆਂ ਇੱਛਾਵਾਂ ਕਾਮਨਾਵਾਂ ਇੱਕੋ ਜਿਹੀਆਂ ਹੋਣਗੀਆਂ? ਨਹੀਂ। ਜਿਹੜਾ ਮਨਮੁਖ ਹੈ ਉਹਦੀਆਂ ਇੱਛਾਵਾਂ ਉਹਦੇ ਮਨ ਅਨੁਸਾਰ ਹੋਣਗੀਆਂ। ਮਨਮੁਖ ਹੈ, ਭਟਕ ਰਿਹਾ ਹੈ। ਜਿਹੜਾ ਗੁਰਮੁਖ ਹੈ ਉਹਦੀਆਂ ਇੱਛਾਵਾਂ ਗੁਰਮੁਖ ਅਨੁਸਾਰ ਹੋਣਗੀਆਂ, ਕਿਉਂਕਿ ਉਹਦੀ ਘਾੜ ਤੇ ਗੁਰੂ ਦੇ ਉਪਦੇਸ਼ ਨੇ ਘੜੀ ਹੈ। ਜਦੋਂ ਆਪਾਂ ਬਚਨ ਪੜ੍ਹਦੇ ਨਾ, ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ, ਉੱਥੇ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾਉਂਦੇ ਨੇ, ਉਹਨਾਂ ਬਾਬਤ ਇਹ ਸਤਿਗੁਰ ਦੀ ਵਿਚਾਰ ਹੈ। ਮਤਾ ਭੁੱਲ ਜਾਣਾ ਕਿ ਮਨਮੁਖ ਕਵੇ ਕਿ ਮੈਂ ਸ਼ਰਾਬ ਪੀਣੀ ਹੈ ਤੇ ਗੁਰੂ ਪਾਤਸ਼ਾਹ ਮੇਰੀ ਇੱਛਾ ਪੂਰੀ ਕਰ ਦਿਓ, ਮਤਾ ਭੁਲੇਖੇ 'ਚ ਪੈ ਜਾਣਾ। ਕਿਸੇ ਦਾ ਬੁਰਾ ਚਿੱਤ ਬਣਾ ਕੇ ਅਰਦਾਸ ਕਰਾਉਣੀ ਕਿ ਉਹਦਾ ਬੁਰਾ ਹੋ ਜਾਵੇ, ਮੇਰਾ ਭਲਾ ਹੋ ਜਾਵੇ, ਮਤਾ ਭੁਲੇਖੇ 'ਚ ਰਹਿਣ ਕੇ ਇੱਛਾ ਪੂਰੀ ਹੁੰਦੀ ਹੈ। ਇੱਥੇ ਉਸ ਇੱਛਾ ਨੂੰ ਬੂਰ ਪੈਂਦਾ ਏ ਜਿਹੜਾ ਗੁਰਸਿੱਖ ਗੁਰੂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਜੇ ਵਸਤ ਮੰਗੀਏ ਸਾਈ ਪਾਈਐ, ਭਲਿਆ ਗੁਰੂ ਦਾ ਸਿੱਖ ਬਣ, ਤੇ ਗੁਰੂ ਦਾ ਸਿੱਖ ਬਣ ਕੇ ਜੋ ਵੀ ਮੰਗੇਗਾ ਗੁਰੂ ਕੋਲੋਂ, ਤੇਰੀ ਮੰਗ ਜਾਇਜ਼ ਹੋਵੇਗੀ। ਤੇਰੀ ਮੰਗ ਤੇਰਾ ਵੀ ਭਲਾ ਕਰੇਗੀ ਤੇ ਹੋਰਨਾਂ ਦਾ ਵੀ ਭਲਾ ਕਰੇਗੀ। ਮੰਗਣਾ ਤਾਂ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਉਹਦੇ ਨਾਲ ਆਪਣਾ ਜੀਵਨ ਵੀ ਪਵਿੱਤਰ ਹੁੰਦਾ ਹੈ, ਤੇ ਉਸ ਪਵਿੱਤਰ ਜੀਵਨ ਦੀ ਕੋਈ ਸੰਗਤ ਕਰ ਲਵੇ, ਉਹਨੂੰ ਵੀ ਰਸਤਾ ਮਿਲਦਾ ਹੈ। ਜੇ ਵਸਤ ਮੰਗੀਏ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਹ ਅੰਮ੍ਰਿਤ ਵੇਲੇ ਉੱਠ ਕੇ ਖਸਮ ਦੇ ਨਾਮ ਨੂੰ ਧਿਆਉਂਦਾ ਹੈ, ਸਿਮਰਦਾ ਹੈ, ਪ੍ਰੈਕਟੀਕਲ ਆਪਣੇ ਜੀਵਨ ਦੇ ਵਿੱਚ ਉਸ ਨਾਮ ਦੀ ਕਮਾਈ ਕਰਦਾ ਹੈ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਕਰ, ਹਾਥ ਪਾਉ ਸਭ ਕਾਮ ਕਰ, ਚੀਤ ਨਿਰੰਜਨ ਨਾਲ। ਖਿਮਾ ਕਰਨੀ ਜੇ ਕੋਈ ਮਿਸਟੇਕ ਹੋਈ ਹੋਵੇ ਤਾਂ। ਗੁਰੂ ਪਾਤਸ਼ਾਹ ਦੀ ਬਾਣੀ ਮਨੁੱਖ ਨੂੰ ਸਵਾਰਦੀ ਹੈ, ਸ਼ਿੰਗਾਰਦੀ ਹੈ, ਉਹਦੀ ਘਾੜਤ ਘਟਦੀ ਹੈ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗਾ ਦੁੱਖ। ਜਿਹੜਾ ਗੁਰੂ ਦੀ ਗੋਦ ਅੰਦਰ ਬੈਠ ਕੇ ਜੀਵਨ ਦਾ ਵਰਤੋਂ ਵਿਹਾਰ ਚੱਜ ਅਚਾਰ ਨੂੰ ਸਿੱਖ ਲੈਂਦਾ ਹੈ, ਪਾਤਸ਼ਾਹ ਕਹਿੰਦੇ ਉਹ ਕਦੀ ਭਟਕਦਾ ਨਹੀਂ। ਭਟਕਣਾ ਦੁੱਖ ਹੈ ਨਾ, ਕੁਰਾਹੇ ਪੈ ਜਾਣਾ, ਰਸਤੇ ਤੋਂ ਭਟਕ ਜਾਣਾ, ਖਵਾਰ ਹੁੰਦੇ ਰਹਿਣਾ, ਇਹ ਦੁੱਖ ਹੈ। ਪਾਤਸ਼ਾਹ ਕਹਿੰਦੇ ਉਹਨੂੰ ਫਿਰ ਕਦੀ ਦੁੱਖ ਨਹੀਂ ਲੱਗਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਦਮ ਕੀ ਕਰਦਾ ਹੈ? ਅੰਮ੍ਰਿਤ ਵੇਲੇ ਉੱਠਦਾ ਹੈ, ਤਨ ਦੇ ਆਲਸ ਨੂੰ ਦੂਰ ਕਰਨ ਵਾਸਤੇ, ਤਨ ਦੀ ਮੈਲ ਨੂੰ ਦੂਰ ਕਰਨ ਵਾਸਤੇ ਤਨ ਦਾ ਇਸ਼ਨਾਨ ਵੀ ਕਰਦਾ ਹੈ, ਸੁਚੇਤ ਹੁੰਦਾ ਹੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਸੁਰਤ ਕਰਕੇ, ਮਨ ਕਰਕੇ, ਮਤ ਕਰਕੇ ਖਸਮ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ। ਦੋਵੇਂ ਪੱਖ, ਤਨ ਦਾ ਇਸ਼ਨਾਨ ਜ਼ਰੂਰੀ ਹੈ ਸੁਚੇਤ ਹੋਣ ਵਾਸਤੇ, ਤਨ ਦੀ ਮੈਲ ਨੂੰ ਧੋਣ ਵਾਸਤੇ, ਤੇ ਮਨ ਦੀ ਮੈਲ ਨੂੰ ਧੋਣ ਵਾਸਤੇ। ਗੁਰਮੁਖ ਪਿਆਰਿਓ, ਮਨ ਦਾ ਇਸ਼ਨਾਨ, ਸੁਰਤ ਦਾ ਇਸ਼ਨਾਨ ਗੁਰੂ ਸ਼ਬਦ ਵਿੱਚ ਕਰਨਾ ਬਹੁਤ ਜ਼ਰੂਰੀ ਹੈ। ਅੰਮ੍ਰਿਤ ਨਾਮ ਵਿੱਚ ਕਰਨਾ ਬਹੁਤ ਜ਼ਰੂਰੀ ਹੈ, ਜੋ ਅਸੀਂ ਨਹੀਂ ਕਰ ਪਾਉਂਦੇ। ਤਾਂ ਹੀ ਪਾਤਸ਼ਾਹ ਨੇ ਕਿਹਾ, ਹੈਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ। ਉਹ ਵਿਰਲੇ ਨੇ। ਉਦਮ ਕਰੇ ਭਲ ਕੇ ਪ੍ਰਭਾਤੀ, ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਹੇ ਵੱਡਿਆਂ ਭਾਗਾਂ ਵਾਲੇ, ਉਦਮ ਕਰੋ। ਕੀ ਉਦਮ ਕਰੀਏ ਪਾਤਸ਼ਾਹ? ਤੇ ਗੁਰੂ ਪਾਤਸ਼ਾਹ ਕਹਿੰਦੇ, ਸਿਮਰੋ ਹਰ ਹਰ ਰਾਏ। ਖਸਮ ਨੂੰ ਧਿਆਓ, ਉਹਦਾ ਸਿਮਰਨ ਕਰੋ।
ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ। ਤੂੰ ਸੁਖ ਲੋਚਦਾ ਹੈ ਕਿ ਸਾਰੇ ਸੁਖ ਮਿਲ ਜਾਣ। ਪਾਤਸ਼ਾਹ ਕਹਿੰਦੇ ਉਹ ਸਾਰੇ ਸੁਖ ਪ੍ਰਾਪਤ ਹੋਣਗੇ। ਹੋਏ ਆ ਜੀ ਉਹ ਸਾਰੇ ਸੁਖ ਗੁਰਸਿੱਖਾਂ ਨੂੰ। ਭਾਈ ਮੱਖਣ ਸ਼ਾਹ ਲਬਾਣਾ ਤੜਫ ਲੈ ਕੇ ਗਿਆ ਸੀ ਪਾਤਸ਼ਾਹ, ਜਦੋਂ ਵਿਪਤਾ ਬਣੀ ਸੀ, ਔਖਾ ਸਮਾਂ ਆਇਆ ਸੀ, ਮੇਰਾ ਬੇੜਾ ਸਮੁੰਦਰ ਦੀ ਘੁੰਮਣ ਘੇਰੀ ਵਿੱਚ ਝੱਖੜ ਵਿੱਚ ਫਸਿਆ ਸੀ, ਸਾਜੋ ਸਮਾਨ ਲੱਦਿਆ ਸੀ, ਵਪਾਰ ਕਰਨਾ ਸੀ, ਜੇ ਡੁੱਬ ਜਾਂਦਾ ਜਾਨਾਂ ਵੀ ਜਾਂਦੀਆਂ ਤੇ ਸਰਮਾਇਆ ਵੀ ਬਰਬਾਦ ਹੋ ਜਾਂਦਾ। ਉਸ ਸਿੱਖ ਨੇ ਕੀਤਾ ਕਿ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ, ਵਿਸ਼ਵਾਸ ਦੇ ਨਾਲ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਤੂੰ ਚਾਹੁੰਦਾ ਕਿ ਮੇਰੇ ਕਾਰਜ ਰਾਸ ਹੋ ਜਾਣ, ਉਹਨਾਂ ਕਾਰਜਾਂ ਨੂੰ ਰਾਸ ਕਰਨ ਵਾਸਤੇ ਤੈਨੂੰ ਉਸ ਅੱਗੇ ਫਰਿਆਦ ਕਰਨੀ ਪਵੇਗੀ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਗੁਰੂ ਕਾਰਜ ਸਵਾਰ ਦਿੰਦਾ, ਇਹ ਭਰੋਸਾ ਰੱਖਣਾ ਚਾਹੀਦਾ ਹੈ। ਭਾਈ ਮੱਖਣ ਸ਼ਾਹ ਲਬਾਣੇ ਨੇ ਫਰਿਆਦ ਕੀਤੀ, ਅਰਦਾਸ ਕੀਤੀ, ਪਾਤਸ਼ਾਹ ਮੈਂ ਵੀ ਡੁੱਬਦਾ ਵਾਂ, ਕਈ ਮੇਰੇ ਸੰਗੀ ਸਾਥੀ ਡੁੱਬਦੇ ਨੇ, ਬਹੁਤ ਜਾਨਾਂ ਜਾਂਦੀਆਂ ਨੇ, ਬੇਸ਼ਕੀਮਤੀ ਸਮਾਨ ਡੁੱਬਦਾ ਏ। ਪਾਤਸ਼ਾਹ ਬੋੜੀ ਕਰ, ਤਰਸ ਕਰ, ਡੁੱਬਦੇ ਨੂੰ ਬਚਾ। ਤੇ ਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਦੀ ਲਾਜ ਰੱਖੀ। ਸਿੱਖ ਵੀ ਬਚ ਗਏ, ਬੇੜਾ ਵੀ ਬਚ ਗਿਆ। ਤੜਫਿਆ ਹੁਣ ਮੈਂ ਪਹੁੰਚਾਂ ਗੁਰੂ ਦੇ ਕੋਲ। ਜਦੋਂ ਅਰਦਾਸ ਕੀਤੀ ਸੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਗੁਰੂ ਨਹੀਂ ਸੀ ਬਣੇ। ਉਸ ਸਮੇਂ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ, ਉਹਨਾਂ ਦਾ ਨਿਵਾਸ ਇੱਥੇ ਸੀ, ਪਰ ਅਰਦਾਸ ਗੁਰੂ ਅੱਗੇ ਸੀ ਨਾ, ਕਿਸੇ ਜਾਮੇ ਅੱਗੇ ਨਹੀਂ, ਗੁਰੂ ਅੱਗੇ ਸੀ ਅਰਦਾਸ। ਤੇ ਜਦੋਂ ਮਿਲਾਪ ਦਾ ਸਮਾਂ ਆਇਆ, ਤੜਫ ਲੈ ਕੇ ਜਦੋਂ ਪਹੁੰਚਿਆ ਭਾਈ ਮੱਖਣ ਸ਼ਾਹ ਲਬਾਣਾ, ਮੈਂ ਗੁਰੂ ਦੇ ਦਰਸ਼ਨ ਕਰਨੇ ਆ, ਉਸ ਸਮੇਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾ ਚੁੱਕੇ ਸਨ। ਤੇ ਸੰਗਤਾਂ ਦੇ ਪੁੱਛਣ ਤੇ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨ ਕਰਨ ਵਾਸਤੇ ਭਾਈ ਮੱਖਣ ਸ਼ਾਹ ਲਬਾਣਾ ਆਪਣੇ ਸੰਗੀ ਸਾਥੀਆਂ ਦੇ ਨਾਲ ਭੇਟਾਵਾਂ ਲੈ ਕੇ ਪਹੁੰਚਦਾ ਏ। ਕੀ ਦੇਖਦਾ ਏ, ਉੱਥੇ ਇੱਕ ਨੇ ਕਈ ਗੁਰੂ ਬੈਠੇ ਨੇ, ਅਸਲ ਦੀ ਥਾਂ ਨਕਲ ਹੈ, ਜਿੰਨਾ ਰਸਤਾ ਰੋਕਿਆ ਏ। ਤੇ ਉਹ ਸਿੱਖ ਕਿੰਨਾ ਸੁਘੜ ਸਿਆਣਾ ਹੋਵੇਗਾ, ਕਿੰਨਾ ਅਕਲਮੰਦ ਹੋਵੇਗਾ, ਉਹਦੀ ਕਿੰਨੀ ਕਾਮਨ ਸੈਂਸ ਹੋਵੇਗੀ। ਗੁਰਮਿਲ ਚੱਜ ਅਚਾਰ ਸਿੱਖ, ਉਹਨੇ ਉਹ ਸਾਰਾ ਚੱਜ ਅਚਾਰ ਸਿੱਖਿਆ ਹੋਵੇਗਾ। ਟਪਲਾ ਨਹੀਂ ਖਾਧਾ, ਰੁਕਿਆ ਨਹੀਂ, ਤੜਫ ਲੈ ਕੇ ਸੱਚੇ ਗੁਰੂ ਕੋਲ ਪਹੁੰਚ ਗਿਆ। ਪਹੁੰਚਿਆ, ਨਤਮਸਤਕ ਹੋਇਆ, ਗੁਰੂ ਪਾਤਸ਼ਾਹ ਪ੍ਰਸੰਨ ਹੋਏ। ਐਸੀ ਕਿਰਪਾ ਕੀਤੀ, ਐਸੀ ਕਿਰਪਾ ਕੀਤੀ, ਬਾਹਰ ਆ ਕੇ ਕਹਿ ਦਿੱਤਾ ਐਲਾਨੀਆ ਤੌਰ ਤੇ, ਸੰਸਾਰ ਦੇ ਲੋਕੋ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਭਲਿਓ ਗੁਰੂ ਲਾਧੋ ਰੇ। ਮੈਂ ਗੁਰੂ ਨੂੰ ਲੱਭ ਲਿਆ, ਮੈਂ ਗੁਰੂ ਦੇ ਦਰਸ਼ਨ ਪ੍ਰਾਪਤ ਕਰ ਲਏ ਨੇ। ਉਹ ਭਾਈ ਮੱਖਣ ਸ਼ਾਹ ਲਬਾਣਾ ਸੀ। ਇਹ ਹੈ ਗੁਰਸਿੱਖੀ ਦਾ ਕੰਸੈਪਟ। ਪਾਤਸ਼ਾਹ ਕਹਿੰਦੇ ਨੇ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਹ ਨਾਮ ਰੂਪੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਾ ਏ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਗੁਰੂ ਦੇ ਉਪਦੇਸ਼ ਨੂੰ ਜਪਦਾ ਏ, ਉਹਦੀ ਕਮਾਈ ਕਰਦਾ ਏ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਪਾਤਸ਼ਾਹ ਕਹਿੰਦੇ ਨੇ, ਜਿੰਨੇ ਵੀ ਇਹ ਕਿਲ ਵਿਖ ਨੇ, ਇਹ ਕਾਲਖ ਹੈ, ਇਹ ਮਾਇਆ ਦੇ ਘੁੰਮਣ ਹਨੇਰੀਆਂ ਨੇ, ਇਹ ਪਾਪ ਨੇ, ਦੋਸ਼ ਨੇ। ਭਲਿਓ ਜਿਹੜਾ ਗੁਰੂ ਦਾ ਉਪਦੇਸ਼ ਜਪਦਾ ਏ, ਗੁਰੂ ਦੀ ਸਿੱਖਿਆ ਦੀ ਕਮਾਈ ਕਰਦਾ ਏ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਉਹਦੇ ਸਾਰੇ ਪਾਪ ਉਤਰ ਜਾਂਦੇ ਨੇ। ਅੱਗੇ ਬਚਨ ਕਰਦੇ ਨੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਦਿਨ ਚੜ੍ਹਦਾ ਏ, ਕੀ ਕਰਦਾ ਏ? ਪਾਤਸ਼ਾਹ ਕਹਿੰਦੇ ਗੁਰਬਾਣੀ ਗਾਉਂਦਾ ਏ, ਅੰਦਰੋਂ ਭਿੱਜ ਕੇ ਗਾਉਂਦਾ ਏ, ਜੁੜ ਕੇ ਗਾਉਂਦਾ ਏ।
ਉਹਦੀ ਸੁਰਤ ਗੁਰਬਾਣੀ ਵਿੱਚ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਉਹ ਹਰ ਕਿਰਿਆ ਦੇ ਵਿੱਚ ਭਾਵੇਂ ਬੈਠੇ, ਭਾਵੇਂ ਉੱਠੇ, ਭਾਵੇਂ ਸੋਵੇਂ ਤੇ ਭਾਵੇਂ ਜਾਗੇ, ਖਸਮ ਦੇ ਨਾਮ ਨੂੰ ਧਿਆਉਂਦਾ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਉਹ ਰਸਤੇ ਉੱਪਰ ਚੱਲ ਰਿਹਾ ਹੈ, ਕਿਸੇ ਵੀ ਖੇਤਰ ਵਿੱਚ ਜਾ ਰਿਹਾ ਹੈ, ਕੋਈ ਵੀ ਤਾਂ ਕਿੱਤਾ ਹੋਵੇ, ਪਰ ਉਹਦੇ ਅੰਦਰ ਖਸਮ ਦੀ ਬਾਣੀ ਵਸਦੀ ਹੈ। ਉਹਨੂੰ ਸਮਝ ਆ ਜਾਂਦੀ ਹੈ, ਉਹਨੂੰ ਇਸ ਗੱਲ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੇ ਹਰ ਨਾਮਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਊਤਮ ਬਾਣੀ ਹਰ ਹਰ ਤੇਰੀ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਮਨੁੱਖਾਂ ਦੇ ਮਨਾਂ ਨੂੰ, ਮਨੁੱਖਾਂ ਦੇ ਦਿਲਾਂ ਨੂੰ ਰੋਸ਼ਨੀ ਕਰਨ ਵਾਲੀ, ਪ੍ਰਕਾਸ਼ ਦੇਣ ਵਾਲੀ ਸਤਿਗੁਰ ਦੀ ਬਾਣੀ ਹੈ। ਜਦੋਂ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਹ ਮਨੁੱਖ ਦੇ ਮਨ ਵਿੱਚ ਵਸਦੀ ਹੈ। ਪਾਤਸ਼ਾਹ ਕਹਿੰਦੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਉਹ ਫਿਰ ਉੱਠਦਿਆਂ ਬਹਿੰਦਿਆਂ ਸਮੇਂ ਦੀ ਬਰਬਾਦੀ ਨਹੀਂ ਕਰਦਾ, ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਦਾ, ਖੁਸ਼ਾਮਦੀ ਨਹੀਂ ਕਰਦਾ, ਨਿੰਦਿਆ ਨਹੀਂ ਕਰਦਾ, ਸਮਾਂ ਨਹੀਂ ਟਪਾਉਂਦਾ। ਉਹ ਕਰਦਾ ਕੀ ਹੈ? ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਖਸਮ ਦੇ ਨਾਮ ਨੂੰ ਧਿਆਉਂਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਗੁਰੂ ਕਾ ਸਿੱਖ ਹਰ ਸਵਾਸ ਦੇ ਨਾਲ ਖਸਮ ਨੂੰ ਧਿਆਉਂਦਾ ਹੈ। ਸਾਸ ਗਿਰਾਸ ਭਾਵ ਹਰ ਸਮੇਂ, ਹਰ ਸਵਾਸ ਨੂੰ ਸਫਲ ਕਰਦਾ ਹੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਹਰੀ ਨੂੰ ਧਿਆਉਂਦਾ ਹੈ, ਖਸਮ ਨੂੰ ਧਿਆਉਂਦਾ ਹੈ, ਸੋ ਗੁਰ ਸਿੱਖ। ਪਾਤਸ਼ਾਹ ਕਹਿੰਦੇ, ਸਿੱਖੀ ਤੋਂ ਯਾਤਰਾ ਸਫਲ ਹੋਈ ਸੀ, ਸ਼ੁਰੂ ਹੋਈ ਸੀ, ਆਰੰਭ ਹੋਈ ਸੀ, ਸਿੱਖੀ ਦੇ ਮਾਰਗ 'ਤੇ ਚੱਲਿਆ ਸੀ, ਗੁਰਸਿੱਖੀ ਦੀ ਪਦਵੀ 'ਤੇ ਪਹੁੰਚਣਾ ਸੀ, ਗੁਰੂ ਅੰਦਰ ਪ੍ਰਗਟ ਕਰਨਾ ਸੀ। ਇਹ ਸ਼ੁਭ ਕਰਮ ਕਰਦਾ ਗਿਆ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਗਿਆ। ਇਹ ਪ੍ਰੈਕਟੀਕਲ ਹੈ ਵਰਤਮਾਨ ਦਾ ਸਿੱਖ ਲਈ, ਹਰੇਕ ਸਿੱਖ ਲਈ ਇਹ ਪ੍ਰੇਰਨਾ ਹੈ। ਇਹ ਸ਼ਬਦ ਹਰੇਕ ਸਿੱਖ ਦੀ ਅਗਵਾਈ ਕਰਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਇਹ ਵਰਤਮਾਨ ਦੀ ਗੱਲ ਹੈ। ਪਾਤਸ਼ਾਹ ਕਹਿੰਦੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ। ਉਹ ਗੁਰਸਿੱਖੀ ਦੀ ਪਦਵੀ 'ਤੇ ਪਹੁੰਚ ਜਾਂਦਾ ਏ। ਗੁਰੂ ਮਨ ਭਾਵੈ, ਤੇ ਫਿਰ ਉਹ ਗੁਰੂ ਦੇ ਮਨ ਨੂੰ ਪਸੰਦ ਆ ਜਾਂਦਾ ਏ, ਭਾ ਜਾਂਦਾ ਏ, ਗੁਰੂ ਨੂੰ ਪਿਆਰਾ ਲੱਗਦਾ ਏ। ਅੱਗੇ ਬਚਨ ਕਰਦੇ ਨੇ, ਜਿਸ ਨੂੰ ਦਿਆਲ ਹੋਵੈ ਮੇਰਾ ਸੁਆਮੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਸ ਉੱਪਰ ਮੇਰਾ ਵਾਹਿਗੁਰੂ ਤਰੁੱਠਦਾ ਏ, ਦਿਆਲ ਹੁੰਦਾ ਏ, ਤਿਸ ਗੁਰ ਸਿੱਖ, ਉਸ ਗੁਰ ਸਿੱਖ ਨੂੰ ਗੁਰੂ ਉਪਦੇਸ਼ ਸੁਣਾਵੈ। ਗੁਰੂ ਉਪਦੇਸ਼ ਬਖਸ਼ਦਾ ਏ, ਗੁਰੂ ਸਿੱਖਿਆ ਬਖਸ਼ਦਾ ਏ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ। ਕਿਹੜੇ ਗੁਰਸਿੱਖ ਦੀ? ਜਿਹਨੇ ਆਪਣੇ ਜੀਵਨ ਦੇ ਵਿੱਚ ਇਸ ਨੂੰ ਪ੍ਰੈਕਟੀਕਲ ਜੀਵੇ ਆਏ, ਗੁਰੂ ਨੂੰ ਸਮਰਪਿਤ ਹੋ ਗਿਆ ਏ, ਗੁਰਸਿੱਖੀ ਦੇ ਮਕਾਮ 'ਤੇ ਪਹੁੰਚ ਗਿਆ ਏ। ਉਸ ਗੁਰਸਿੱਖ ਦੀ ਚਰਨ ਧੂੜ, ਤਿਸ ਗੁਰ ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ। ਨਾਨਕ ਦਾਸ ਉਸ ਗੁਰਸਿੱਖ ਦੀ ਚਰਨ ਧੂੜ ਮੰਗਦਾ। ਚਰਨ ਧੂੜ ਦਾ ਭਾਵ ਕੀ ਹੈ? ਉਸ ਦੀ ਸੰਗਤ, ਉਸ ਦੇ ਸ਼ਬਦਾਂ ਦਾ ਮਿਲਾਪ। ਮਤਾ ਭੁਲੇਖੇ ਵਿੱਚ ਪੈ ਜਾਣਾ ਕਿ ਜੋ ਜੋੜੇ ਘਰ ਅੰਦਰ ਮਿੱਟੀ ਧੂੜ ਹੈ, ਉਹ ਚਰਨ ਧੂੜ ਹੈ, ਉਹ ਮਲੀਨ ਮਿੱਟੀ ਹੈ, ਗੰਦਲੀ ਮਿੱਟੀ ਹੈ। ਅਸੀਂ ਕਿੰਨਾ ਰਸਤਿਆਂ ਉੱਪਰੋਂ ਚੱਲ ਕੇ ਆਉਂਦੇ ਹਾਂ, ਸਾਨੂੰ ਉਸੇ ਨੂੰ ਚਰਨ ਧੂੜ ਨੂੰ ਪ੍ਰਮੋਟ ਕੀਤਾ ਗਿਆ। ਭਲੇ ਉਹ ਚਰਨ ਧੂੜ ਨਹੀਂ, ਸ਼ਬਦ ਗੁਰੂ ਦਾ ਚਰਨ ਧੂੜ ਹੈ। ਹਿਰਦੇ ਅੰਦਰ ਕਿ ਉਹ ਚਰਨ ਧੂੜ ਵਸ ਸਕਦੀ ਹੈ, ਉੱਥੇ ਸ਼ਬਦ ਵਸਦਾ ਹੈ। ਪਾਤਸ਼ਾਹ ਕਹਿੰਦੇ ਨੇ,
ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਉਸ ਗੁਰਸਿੱਖ ਦੀ ਸੰਗਤ ਨਾਨਕ ਲੋਚਦਾ ਹੈ ਕਿ ਮੈਨੂੰ ਵੀ ਉਸ ਗੁਰਸਿੱਖ ਦੀ ਸੰਗਤ ਮਿਲ ਜਾਵੇ ਜੋ ਆਪ ਜਪੈ, ਜੋ ਆਪ ਜਪਦਾ ਹੈ, ਅਵਰਾ ਨਾਮ ਜਪਾਵੇ, ਹੋਰਨਾਂ ਨੂੰ ਸੱਚੇ ਮਾਲਕ ਦਾ ਨਾਮ ਜਪਾਉਂਦਾ ਹੈ। ਸਿਮਰ 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 ਸੁਖ ਪਾਵਹੁ, ਆਪ ਜਪਹੁ ਅਵਰਾ ਨਾਮ ਜਪਾਵੋ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਵਾਰ ਹੈ, ਬਖਸ਼ਿਸ਼ ਕਰਦੇ ਨੇ। ਅੱਖਰੀ ਅਰਥ ਆਪਾਂ ਕਰਨੇ, ਸਮਾਂ ਹੋ ਗਿਆ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ। ਜਿਹੜੇ ਤੈਨੂੰ ਧਿਆਉਂਦੇ ਨੇ, ਸੱਚਮੁੱਚ ਤੈਨੂੰ ਧਿਆਉਂਦੇ ਨੇ, ਤੈਨੂੰ ਸਿਮਰਦੇ ਨੇ ਪਾਤਸ਼ਾਹ, ਉਹਨਾਂ ਦੀ ਗਿਣਤੀ ਥੋੜ੍ਹੀ ਹੈ। ਜਗ ਮੈਂ ਉੱਤਮ ਕਾਂਢੀਐ ਵਿਰਲੇ ਕੇਈ ਕੇ, ਘੱਟ ਨੇ। ਜੋ ਤੁਧ ਸੱਚ ਧਿਆਏ ਦੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਧਿਆਉਂਦੇ ਨੇ, ਸੇ ਵਿਰਲੇ ਥੋੜੇ। ਅਸੀਂ ਉਹਨਾਂ ਵਿਰਲਿਆਂ ਦੇ ਵਿੱਚ ਸ਼ਾਮਲ ਹੋ ਜਾਈਏ, ਸਾਡੀ ਗਿਣਤੀ ਉਹਨਾਂ ਵਿੱਚ ਸ਼ਮੂਲ ਹੋ ਜਾਵੇ। ਇਹ ਅਰਦਾਸ ਕਰੀਏ। ਜੋ ਮਨ ਚਿੱਤ ਇੱਕ ਅਰਾਧ ਦੇ, ਮਨ ਕਰਕੇ ਚਿੱਤ ਕਰਕੇ ਕੇਵਲ ਇੱਕ ਪਰਮਾਤਮਾ ਨੂੰ ਧਿਆਉਂਦੇ ਨੇ, ਇੱਕ ਦੀ ਅਰਾਧਨਾ ਕਰਦੇ ਨੇ। ਜੋ ਮਨ ਚਿੱਤ ਇੱਕ ਅਰਾਧ ਦੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਰੱਬ ਦਾ ਨਾਮ ਜਪਦੇ ਨੇ, ਖਸਮ ਦਾ ਨਾਮ ਜਪਦੇ ਨੇ, ਉਹਨਾਂ ਦੀ ਕਮਾਈ ਖਾਣ ਵਾਲੇ ਪਾਤਸ਼ਾਹ ਕਹਿੰਦੇ ਅਸੰਖ ਨੇ, ਕਰੋੜਾਂ ਨੇ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨ ਆਵੈ ਵੱਧਦੋ ਜਾਈ। ਗਿਆਨ ਜਿੰਨਾ ਵੰਡੋਗੇ ਓਨਾ ਵਧੇਗਾ, ਇਹ ਮੁੱਕਦਾ ਨਹੀਂ। ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ, ਤੁਧਨੋਂ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ। ਜੇ ਵੇਖੀਏ ਮਾਲਕਾ, ਤੈਨੂੰ ਗੁਰਦੁਆਰਿਆਂ ਦੇ ਅੰਦਰ, ਮੰਦਰਾਂ ਦੇ ਅੰਦਰ, ਮਸੀਤਾਂ ਅੰਦਰ, ਚਰਚ ਦੇ ਅੰਦਰ ਸਾਰੇ ਧਿਆਉਂਦੇ ਨੇ, ਸਾਰੇ ਆਪਣੀ ਆਪਣੇ ਮਨੋਤ ਅਨੁਸਾਰ ਤੈਨੂੰ ਅਰਾਧਦੇ ਨੇ, ਪਰ ਤੈਨੂੰ ਪ੍ਰਵਾਨ ਕਿਹੜੇ ਨੇ? ਪਾਤਸ਼ਾਹ ਕਹਿੰਦੇ ਨੇ, ਤੁਧਨੋਂ ਸਭ ਧਿਆਏ ਦੀ ਸੇ ਥਾਏ ਪਏ, ਉਹ ਕਬੂਲ ਪੈਂਦੇ ਨੇ, ਉਹ ਪ੍ਰਵਾਨ ਚੜ੍ਹਦੇ ਨੇ ਜੋ ਸਾਹਿਬ ਲੋੜੈ, ਜਿਨ੍ਹਾਂ ਉੱਪਰ ਮਾਲਕ ਆਪ ਪ੍ਰਸੰਨ ਹੁੰਦਾ ਹੈ। ਜਿਨ੍ਹਾਂ ਦੇ ਧਿਆਉਣ ਦੀ ਉਸ ਕਸਵੱਟੀ ਨੂੰ ਮਾਲਕ ਜਿਹੜੇ ਪੂਰੇ ਚੜ੍ਹਦੇ ਨੇ ਤੇ ਦਰ ਤੇ ਪ੍ਰਵਾਨ ਕਰਦਾ ਕਿ ਇਹ ਮਨੁੱਖ ਅੰਦਰੋਂ ਬਾਹਰੋਂ ਇੱਕ ਨੇ, ਇਹ ਕਰਨੀ ਤੇ ਕਥਨੀ ਦੇ ਪੂਰੇ ਨੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਜੋ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਣ ਤੋਂ ਬਿਨਾਂ ਖਾਂਦੇ ਤੇ ਪਹਿਨਦੇ ਨੇ। ਪਾਤਸ਼ਾਹ ਕਹਿੰਦੇ ਨੇ, ਸੇ ਮੂਏ ਮਰ ਜੰਮੇ ਕੋੜੇ, ਉਹ ਬਾਰ-ਬਾਰ ਜੰਮਦੇ ਖੁਆਰ ਹੁੰਦੇ ਨੇ, ਉਹ ਕੋੜੇ ਨੇ। ਹੁਣ ਇਹ ਸਿੱਖਿਆ ਸਾਡੇ ਵਾਸਤੇ ਆ ਨਾ, ਜਿਹੜੇ ਗੁਰੂ ਨੂੰ ਵਿਸਾਰ ਕੇ ਭੋਗ ਬਿਲਾਸ ਕਰਦੇ ਨੇ, ਦੁਨਿਆਵੀ ਸੁੱਖ ਹੰਡਾਉਂਦੇ ਨੇ। ਪਾਤਸ਼ਾਹ ਕਹਿੰਦੇ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋਲੇ। ਜੇ ਉਹਨਾਂ ਦੀ ਤਸਵੀਰ ਵੇਖੀਏ ਤਾਂ ਮੁਖ ਤੋਂ ਬੜੀਆਂ ਬੜੀਆਂ ਮਿੱਠੀਆਂ ਗੱਲਾਂ ਕਰਦੇ ਨੇ। ਮੁੱਖੋਂ ਇਹ ਪੰਡਤ ਮਿੱਠੇ ਕਿਹਾ ਏ ਭੱਟਾਂ ਨੇ, ਮੁੱਖੋਂ ਇਹ ਪੰਡਤ ਮਿੱਠੇ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਪਾਤਸ਼ਾਹ ਕਹਿੰਦੇ, ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋਲੇ। ਪਰ ਅੰਦਰ ਜ਼ਹਿਰ ਹੈ, ਅੰਦਰ ਈਰਖਾ ਹੈ, ਅੰਦਰ ਸੜਾਂਦ ਹੈ। ਅਖੀਰ ਤੇ ਪਾਤਸ਼ਾਹ ਕਹਿੰਦੇ, ਮਨ ਖੋਟੇ ਦਈ ਵਿਛੋੜੇ। ਭਾਈ ਉਹ ਮਨ ਕਰਕੇ ਖੋਟੇ ਨੇ, ਖਸਮ ਨੇ ਉਹਨਾਂ ਨੂੰ ਵਿਛੋੜ ਦਿੱਤਾ ਹੈ, ਉਹ ਖਸਮ ਤੋਂ ਵਿਛੜੇ ਹੋਏ ਨੇ। ਸਤਿਗੁਰ ਕਿਰਪਾ ਕਰਨ, ਸ਼ਬਦ ਵਿਚਾਰ ਸਾਡੇ ਅੰਦਰ ਦਾ ਗਹਿਣਾ ਬਣ ਜਾਵੇ, ਸਾਡੇ ਹਿਰਦੇ ਦਾ ਸਰਮਾਇਆ ਬਣ ਜਾਵੇ। ਸ਼ਬਦ ਵਿਚਾਰ ਸਾਡੇ ਹਿਰਦੇ ਅੰਦਰ ਘਰ ਕਰ ਜਾਵੇ, ਇਹ ਅਰਦਾਸ ਕਰੀਏ। ਸਤਿਗੁਰੂ ਦੀ ਮੁਬਾਰਕ ਬਾਣੀ ਦੀ ਸ਼ਬਦ ਵਿਚਾਰ ਕਰਦੇ ਹਾਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਕੋਟਾਨ ਕੋਟ ਸ਼ੁਕਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਸ ਸਮਾਂ ਦੇ ਕੇ ਆਪ ਸੰਗਤਾਂ ਦੇ ਦਰਸ਼ਨਾਂ ਲਈ ਨਿਵਾਜਿਆ। ਧੰਨਵਾਦ ਗੁਰੂ ਕੀਆਂ ਸੰਗਤਾਂ ਦਾ, ਜੋ ਬੜੇ ਪ੍ਰੇਮ ਨਾਲ, ਅਦਬ ਨਾਲ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਦੀਆਂ ਨੇ ਤੇ ਸ਼ਬਦ ਵਿਚਾਰ ਨੂੰ ਸਰਵਣ ਕਰਦੀਆਂ ਨੇ। ਧੰਨਵਾਦ ਸਮੂਹ ਸਟਾਫ ਦਾ, ਭਾਈ ਸਾਹਿਬਾਨ ਜੀ ਦਾ। ਅਸੀਸ ਬਖਸ਼ੋ, ਗੁਰਫਤਿਹ ਦੀ ਸਾਂਝ ਪਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।